ਵਾਹਿਗੁਰੂ 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 ਵਾਹਿਗੁਰੂ। ਰਾਮ ਗਇਓ ਰਾਵਣ ਗਇਓ, ਜਾ ਕਉ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਚਿੰਤਾ ਤਾ ਕੀ ਕੀਜੀਐ, ਜੋ ਅਣਹੋਨੀ ਹੋਏ। ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਇ। ਜੋ ਉਪਜਿਓ ਸੋ ਵਿਣਸ ਹੈ, ਪਰੋਂ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ ਆਪੋ ਆਪਣੇ ਘਰਾਂ ਵਿੱਚ ਬੈਠ ਕਰਕੇ ਸਰਵਣ ਕਰਦੇ ਹੋਏ ਗੁਰੂ ਸਵਾਰੇ ਜਨੋ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਮਿਹਰ ਕਿਰਪਾ ਕੀਤੀ ਹੈ। ਤਿਨਾਂ ਦੀ ਰਹਿਮਤ ਸਦਕਾ ਚੱਲ ਰਹੀ ਲੜੀਵਾਰ ਵਿਚਾਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਸ਼ਲੋਕਾਂ ਦੀ ਕਥਾ ਵਿਚਾਰ ਆਪਾਂ ਸ਼ਰਵਣ ਕਰ ਰਹੇ ਹਾਂ। ਅੱਜ ਅਸੀਂ ਰਲ ਮਿਲ ਕਰਕੇ 50, 51 ਅਤੇ 52 ਨੰਬਰ ਸ਼ਲੋਕ ਸ਼ਰਵਣ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰਨ, ਆਪ ਹੀ ਆਪਣੇ ਸ਼ਲੋਕਾਂ ਦੀ ਵਿਚਾਰ, ਗੁਰਬਾਣੀ ਦੇ ਸ਼ਲੋਕਾਂ ਦੀ ਵਿਚਾਰ ਕਰਵਾ ਲੈਣ। ਸੋ ਪਾਤਸ਼ਾਹ ਜੀ ਅੱਜ ਦੇ ਇਸ ਸ਼ਲੋਕਾਂ ਵਿੱਚ ਬਖਸ਼ਿਸ਼ ਕਰਦੇ ਨੇ। ਸਭ ਤੋਂ ਪਹਿਲਾ ਸ਼ਲੋਕ 50 ਨੰਬਰ, ਰਾਮ ਗਇਓ ਰਾਵਣ ਗਇਓ। ਗੁਰਮੁਖ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਆ, ਸਰੀਰਕ ਤੌਰ 'ਤੇ ਉਹ ਦੇਵੀ ਸ਼ਕਤੀਆਂ ਦਾ ਮਾਲਕ ਜਿਹਨੂੰ ਭਗਵਾਨ ਮੰਨਿਆ ਜਾਂਦਾ ਹੈ, ਪਾਤਸ਼ਾਹ ਕਹਿੰਦੇ ਨੇ ਉਹ ਵੀ ਚਲਾ ਗਿਆ। ਦੂਸਰੇ ਨੰਬਰ 'ਤੇ ਕਿਹਾ ਰਾਵਣ, ਜਿਹਨੂੰ ਵੀ ਤਾਕਤ ਦਾ ਮਾਲਕ ਮੰਨਿਆ ਗਿਆ, ਪਰਿਵਾਰ ਬਹੁਤ ਵੱਡਾ ਹੈ, ਮਹਾਰਾਜ ਕਹਿੰਦੇ ਨੇ ਉਹ ਵੱਡੇ ਪਰਿਵਾਰ ਵਾਲਾ ਵੀ ਚਲਾ ਗਿਆ। ਪਾਤਸ਼ਾਹ ਇੱਥੇ ਸੰਸਾਰ ਦੀ ਨਾਸਵੰਤਾ ਦੀ ਜ਼ਿਕਰ ਕਰਦੇ, ਗੱਲ ਕਰਦੇ। ਮੈਂ ਇੱਥੇ ਰੁਕ ਕੇ ਜ਼ਰੂਰ ਬੇਨਤੀ ਕਰਾਂਗਾ, ਚਲੋ ਮੈਂ ਆਰੰਭ 'ਚ ਬੇਨਤੀ ਜ਼ਰੂਰ ਕਰ ਦੇਵਾਂ, ਇਸ ਗੱਲ ਨੂੰ ਜ਼ਰੂਰ ਧਿਆਨ ਨਾਲ, ਕਿਉਂਕਿ ਇੱਥੇ ਵਿਦਵਾਨਾਂ ਦੀ ਇੱਕ ਵਿਦਵਾਨ ਨੇ ਇਹ ਵੀ ਅਰਥ ਕੀਤੇ, ਰਾਮ ਗਇਓ ਰਾਵਣ ਗਇਓ। ਉੱਥੇ ਇਹ ਸ਼ਬਦ, ਹਾਲਾਂਕਿ ਇੱਥੇ ਸ਼ਬਦ ਰਾਵਣ ਹੈ, ਇਕੱਤਰ ਆਇਆ ਹੈ, ਉਹਨੇ ਤੋੜ ਕੇ ਪਾਠ ਕੀਤਾ ਹੀ। ਚਲੋ ਆਪੋ ਆਪਣੀ ਬੁੱਧੀ ਹੈ, ਆਪੋ ਆਪਣਾ ਇਹ ਕਹਿ ਲਓ ਜੀ, ਅੱਜ ਕੱਲ੍ਹ ਅਰਥ ਲੋਕੀ ਕਰਦੇ ਹੈ, ਪਰ ਜਿਵੇਂ ਪ੍ਰਚਲਿਤ ਜਿਹੜੀ ਗੁਰਬਾਣੀ, ਪ੍ਰਚਲਿਤ ਜਿਹੜੇ ਅਰਥ ਨੇ, ਉੱਥੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਰਾਮ ਗਇਓ ਰਾਵਣ ਗਇਓ। ਦੁਨੀਆ ਦੇ ਵਿੱਚ ਅਸੀਂ ਇਨਸਾਨ ਨੂੰ ਨਾ ਤਿੰਨ ਹਸਤੀਆਂ ਦੇ ਰੂਪ ਵਿੱਚ ਵੇਖਦੇ ਹਾਂ, ਕਹਿ ਲਓ ਤਿੰਨ ਤਾਕਤਾਂ ਦੇ ਥਰੂ ਵੇਖਿਆ ਜਾਂਦਾ ਹੈ। ਹਾਲਾਂ ਬਹੁਤ ਸਾਰੇ ਵਿਦਵਾਨਾਂ ਨੇ ਕਿਹਾ ਇਨਸਾਨ ਸੁਧਰ ਕੇ ਦੇਵਤਾ ਹੈ ਅਤੇ ਇਨਸਾਨ ਵਿਗੜ ਕੇ ਰਾਖਸ਼ ਹੈ, ਪਰ ਤਿੰਨ ਸ਼੍ਰੇਣੀਆਂ ਨੇ। ਇੱਕ ਸ਼੍ਰੇਣੀ ਮਨੁੱਖ ਦੀ ਹੈ, ਜਿਹੜੀ ਸਧਾਰਨ ਮਨੁੱਖ ਹੈ। ਇੱਕ ਸ਼੍ਰੇਣੀ ਹੈ ਦੇਵਤਾ, ਇੱਕ ਸ਼੍ਰੇਣੀ ਹੈ ਰਾਖਸ਼। ਇਹਨੂੰ ਬੜਾ ਪ੍ਰਬਲ ਕਰਕੇ ਆਪਾਂ ਦੁਨੀਆ ਵਿੱਚ ਵੇਖਦੇ ਹਾਂ। ਪਰ ਮਹਾਰਾਜ ਕਹਿੰਦੇ ਨੇ ਜਦੋਂ ਅੰਤ ਸਮਾਂ ਆਉਂਦਾ ਹੈ ਨਾ, ਤੇ ਇਹ ਸੱਚਾਈ ਹੈ, ਇੱਕ ਨਾ ਇੱਕ ਦਿਨ ਹਰ ਕਿਸੇ ਨੇ ਇਸ ਸੰਸਾਰ ਨੂੰ ਛੱਡ ਕੇ ਜਾਣਾ ਪੈਂਦਾ ਹੈ। ਸੰਸਾਰ ਨੂੰ ਛੱਡਣਾ ਹੈ, ਸੰਸਾਰ ਤੋਂ ਚਲੇ ਜਾਣਾ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਜਿਹਨੂੰ ਦੇਵਤਾ ਮੰਨਦੇ ਨੇ, ਚਲਾ ਉਹ ਵੀ ਗਿਆ, ਰਾਮ ਗਇਓ ਉਹ ਵੀ ਚਲਾ ਗਿਆ। ਗਇਓ ਦਾ ਅਰਥ ਹੈ ਕਿ ਸਰੀਰਕ ਤੌਰ 'ਤੇ ਉਹਦੀ ਡੈਥ ਹੋ ਗਈ, ਮੌਤ ਹੋ ਗਈ। ਅੱਗੇ ਪਾਤਸ਼ਾਹ ਕਹਿੰਦੇ ਨੇ ਰਾਵਣ ਗਇਓ, ਉਹ ਰਾਵਣ ਜਿਹਨੂੰ ਲੋਕੀ ਰਾਖਸ਼ ਕਹਿੰਦੇ ਰਹੇ, ਉਹ ਵੀ ਚਲਾ ਗਿਆ। ਜਾਕੋ ਬਹੁ ਪਰਿਵਾਰ, ਤੇ ਕੇਵਲ ਰਾਖਸ਼ ਨਹੀਂ, ਉਹਨੂੰ ਤੇ ਵੱਡੇ ਵੱਡੇ ਪਰਿਵਾਰ ਵਾਲਾ ਕਿਹਾ ਜਾਂਦਾ ਸੀ। ਆਪਾਂ ਬਾਣੀ ਇੱਕ ਸ਼ਬਦ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਐਡਾ ਵੱਡਾ ਪਰਿਵਾਰ ਸੀ, 1 ਲੱਖ ਪੂਤ 1.25 ਲੱਖ ਨਾਤੀ, ਪਰ ਤੈ ਰਾਵਣ ਕਰ ਦੀਆ ਨਾ ਵਾਤੀ। ਪਰ ਸ਼ਬਦ ਮੈਂ ਆਪਣੇ ਕੋਲੋਂ ਲਾਇਆ। ਮਹਾਰਾਜ ਕਹਿੰਦੇ ਨੇ
1 ਲੱਖ ਪੂਤ 1.25 ਲੱਖ ਨਾਤੀ ਤੈ ਰਾਵਣ ਕਰ ਦਿਆ ਨਾ ਬਾਤੀ। ਕਿ ਉਹ ਸੰਸਾਰ ਵਿੱਚੋਂ, ਹਾਲਾਂ ਮੈਂ ਬੇਨਤੀ ਤਾਂ ਕੀਤੀ ਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਵੱਡੇ ਪਰਿਵਾਰ ਵਾਲਾ ਵੀ ਚਲਾ ਗਿਆ। ਕਈ ਵਾਰ ਸਾਨੂੰ ਆਪਣੇ ਪਰਿਵਾਰ ਨੂੰ ਵੇਖ ਕੇ, ਸੰਸਾਰ ਨੂੰ ਵੇਖ ਕੇ ਇਸ ਚੀਜ਼ ਦਾ ਮਾਣ ਹੋ ਜਾਂਦਾ, ਮੇਰੇ ਕੋਲ ਦੌਲਤ ਬਹੁਤ ਹੈ, ਮੇਰੇ ਕੋਲ ਜਿਹੜੀ ਦੁਨੀਆ ਦੀ ਸ਼ੋਹਰਤ ਬਹੁਤ ਹੈ, ਮੇਰੇ ਕੋਲ ਮੇਰਾ ਪਰਿਵਾਰ ਬਹੁਤ ਵੱਡਾ ਹੈ, ਮੈਨੂੰ ਕੀ ਹੋਣ ਲੱਗਿਆ, ਮੈਂ ਥੋੜਾ ਮਰਾਂਗਾ, ਮੈਂ ਥੋੜਾ ਜਾਣਾ। ਪਾਤਸ਼ਾਹ ਕਹਿੰਦੇ ਜਿਹਨੂੰ ਵੱਡੇ ਪਰਿਵਾਰ ਵਾਲਾ ਕਹਿੰਦੇ ਸੀ, ਤੇ ਐਡਾ ਵੱਡਾ ਪਰਿਵਾਰ ਮੇਰਾ ਖਿਆਲ ਹੈ ਆਪ ਦੇਖਦੇ ਹੋ, ਪਰ ਚੇਤੇ ਰੱਖਿਓ ਐਡਾ ਪਰਿਵਾਰ ਹਜੇ ਤੱਕ ਕਿਸੇ ਦਾ 1 ਲੱਖ ਪੁੱਤ ਕਿਹਦੇ ਹੁੰਦਾ, ਕਿਸੇ ਦੇ ਨਹੀਂ। 1.25 ਲੱਖ ਨਾਤੀ ਵੀ ਕਿਸੇ ਦੇ ਘਰ ਨਹੀਂ। ਪਾਤਸ਼ਾਹ ਕਹਿੰਦੇ ਐਡੇ ਵੱਡੇ ਪਰਿਵਾਰ ਵਾਲਾ ਉਹ ਵੀ ਚਲਾ ਗਿਆ। ਬੰਦਿਆ ਤੂੰ ਹੰਕਾਰ ਕਾਹਦਾ ਕਰਦਾ ਈ, ਇੱਕ ਦਿਨ ਸੰਸਾਰ ਨੂੰ ਛੱਡ ਕੇ ਜਾਣਾ ਪੈਂਦਾ ਹੈ। ਸੋ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ। ਥਿਰ ਰਹਿਣ ਵਾਲਾ ਤੇ ਕੁਝ ਵੀ ਨਹੀਂ ਸੰਸਾਰ ਵਿੱਚ, ਸਦਾ ਲਈ ਟਿਕੇ ਰਹਿਣ ਵਾਲਾ ਤੇ ਕੁਝ ਵੀ ਨਹੀਂ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਇਹ ਸੰਸਾਰ ਤੇ ਸੁਪਨੇ ਦੀ ਨਿਆਈ ਹੈ, ਇਥੋਂ ਸਦਾ ਟਿਕਿਆ ਨਹੀਂ ਰਹਿਣਾ। ਅੱਗੇ ਪਾਤਸ਼ਾਹ ਫਿਰ 51 ਨੰਬਰ ਸ਼ਲੋਕ ਵਿੱਚ ਕਹਿੰਦੇ, ਚਿੰਤਾ ਤਾਂ ਕੀ ਕੀਜੀਏ। ਚਿੰਤਾ ਉਸ ਗੱਲ ਦੀ ਕਰੀਦੀ ਏ ਜੋ ਅਣਹੋਣੀ ਹੋਏ। ਜੇ ਕਿਤੇ ਅਣਹੋਣੀ ਵਾਪਰ ਜਾਏ, ਅਣਹੋਣੀ ਕਿਹਨੂੰ ਕਿਹਾ ਜਾਂਦਾ ਹੈ, ਕਦੇ ਕਿਸੇ ਨਾਲ ਵਾਪਰੀ ਨਾ ਹੋਵੇ, ਕੇਵਲ ਮੇਰੇ ਨਾਲ ਵਾਪਰੇ, ਕੇਵਲ ਆਪਣੇ ਨਾਲ ਵਾਪਰੇ। ਇੱਕ ਇਨਸਾਨ ਨਾਲ ਉਹ ਗੱਲ ਵਾਪਰ ਗਈ, ਹੋਰ ਕਿਸੇ ਨਾਲ ਨਹੀਂ ਵਾਪਰੀ। ਪਾਤਸ਼ਾਹ ਕਹਿੰਦੇ ਨੇ ਉਹ ਹੁੰਦੀ ਏ ਅਣਹੋਣੀ। ਪਰ ਮੌਤ ਦੀ ਚਿੰਤਾ ਨਾ ਕਰ। ਮੌਤ ਮਹਾਰਾਜ ਕਿਉਂ ਨਾ ਕਰਾਂ? ਪਾਤਸ਼ਾਹ ਕਹਿੰਦੇ ਇਹ ਕਿਹੜਾ ਅਣਹੋਣੀ ਹੈ, ਇਹ ਤਾਂ ਭਾਈ ਹੋ ਹੀ ਜਾਣਾ ਹੈ। ਇੱਥੇ ਸੰਸਾਰ ਚਲਾਏਮਾਨ ਹੈ ਤੇ ਇੱਕ ਨਾ ਇੱਕ ਦਿਨ ਸਭ ਨੇ ਚਲਿਆ ਜਾਣਾ। ਚਿੰਤਾ ਨਾ ਕਰ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ ਸੀ, ਚਿੰਤਨ ਕਰੋ, ਚਿੰਤਾ ਨਾ ਕਰੋ। ਚਿੰਤਾ ਇਨਸਾਨ ਨੂੰ ਗਾਲ ਦਿੰਦੀ ਹੈ, ਬਰਬਾਦ ਕਰ ਦਿੰਦੀ ਹੈ। ਚਿੰਤਨ ਇਨਸਾਨ ਨੂੰ ਲੇਖੇ ਲਾ ਦਿੰਦਾ ਹੈ। ਚਿੰਤਨ ਤੇ ਚੇਤਾ ਸ਼ਬਦ ਬੜਾ, ਚਿੰਤਨ ਤੇ ਚਿੰਤਾ ਸ਼ਬਦ ਬੜੇ ਰਲਦੇ ਮਿਲਦੇ ਆ, ਪਰ ਜੇ ਅਸੀਂ ਚਿੰਤਨ ਵਾਲੇ ਪਾਸੇ ਹੋਵਾਂਗੇ ਤੇ ਚਿੰਤਨ ਨਾਲ ਇੱਕ ਦਿਨ ਅਕਾਲ ਪੁਰਖ ਦੇ ਘਰ ਵਿੱਚ ਪ੍ਰਵਾਨਤਾ ਮਿਲੇਗੀ। ਚਿੰਤਾ ਵਾਲੇ ਪਾਸੇ ਹੋਵਾਂਗੇ, ਸਾਡੇ ਸਰੀਰ ਦੀ ਬਰਬਾਦੀ, ਸੰਸਾਰ ਦੀ ਬਰਬਾਦੀ ਸਾਡੀ ਹੋ ਜਾਏਗੀ। ਬੜੇ ਲੋਕੀ ਚਿੰਤਾ ਕਰਦੇ। ਵੈਸੇ ਪਾਤਸ਼ਾਹ ਤੇ ਰੋਜ਼ ਕਹਿੰਦੇ ਨੇ ਸਭ ਤੋਂ ਵੱਧ ਇਨਸਾਨ ਆਪਣੀ ਰੋਜੀ ਦੀ ਫਿਕਰ ਕਰਦਾ ਹੈ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਰੋਜ਼ ਕਹਿੰਦੇ ਆ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜ਼ਕ ਆਗਿਆ ਕਰ ਧਰਿਆ। ਤੂੰ ਤੇ ਚਿੰਤਾ ਕਰਦਾ ਪਿਆ, ਪਰ ਰੱਬ ਤੇ ਉਹਨਾਂ ਨੂੰ ਵੀ ਦੇਦਾ ਜਿਹੜਾ ਪੱਥਰਾਂ ਵਿੱਚ ਨੇ। ਸਿਆਣੇ ਬਜ਼ੁਰਗ ਗੱਲ ਕਿਆ ਕਰਦੇ ਨੇ, ਜਿਹਨੇ ਚੁੰਝ ਲਾਈ ਨਾ ਉਹ ਦਾਣਾ ਵੀ ਦਿੰਦਾ। ਤੇ ਸੱਚਾਈ ਇਹ ਹੈ, ਰਿਜ਼ਕ ਦੀ ਚਿੰਤਾ ਨਾ। ਪਾਤਸ਼ਾਹ ਨੇ ਇੱਥੇ ਮਹਾਰਾਜ ਨੇ ਕਿਹਾ, ਭਾਈ ਮੌਤ ਦੀ ਚਿੰਤਾ ਕਦੀ ਨਾ ਕਰੋ। ਚਿੰਤਾ ਤਾਂ ਕੀ ਕੀਜੀ, ਚਿੰਤਾ ਤਾਂ ਕਰ, ਪਰ ਉਸ ਗੱਲ ਦੀ ਕਰ ਕਦੇ ਕਿਸੇ ਨਾਲ ਵਾਪਰੀ ਨਾ ਹੋਵੇ। ਤੇ ਇੱਥੇ ਮਹਾਰਾਜ ਕਹਿੰਦੇ ਨੇ, ਮੈਂ ਇੱਕ ਬੇਨਤੀ ਚਲੋ ਆਪ ਜੀ ਦੇ ਥਰੂ ਕਰਾਂ, ਚੇਤੇ ਰੱਖਿਓ, ਸੰਸਾਰ ਵਿੱਚ ਨਾ ਦੋ ਚੀਜ਼ਾਂ ਦੀ ਗਿਣਤੀ ਕਦੇ ਨਹੀਂ ਹੋਣੀ, ਕਦੇ ਨਹੀਂ ਗਿਣਤੀ ਹੋਣੀ। ਮਹਾਰਾਜ ਕਿਹੜੀ? ਪਾਤਸ਼ਾਹ ਕਹਿੰਦੇ ਇੱਕ ਤੇ ਕੋਈ ਇਹ ਨਹੀਂ ਗਿਣ ਸਕਦਾ ਆਉਣ ਵਾਲੇ ਸਮੇਂ ਵਿੱਚ, ਸਾਲ 'ਚ 10 ਸਾਲਾਂ ਤੱਕ, 20 ਸਾਲਾਂ ਤੱਕ, 100 ਸਾਲ ਤੱਕ ਕਿੰਨਿਆਂ ਕੁ ਬੱਚਿਆਂ ਦਾ ਜਨਮ ਹੋ ਜਾਏਗਾ, ਕੋਈ ਗਿਣਤੀ ਨਹੀਂ ਜੇ ਕਰ ਸਕਦਾ। ਕਦੇ ਨਹੀਂ ਗਿਣਤੀ ਹੋ ਸਕਦੀ। ਇਸ ਗੱਲ ਦੀ ਕਦੇ ਵੀ ਗਿਣਤੀ ਨਹੀਂ ਹੋਣੀ ਆਉਣ ਵਾਲੇ ਸਮੇਂ 'ਚ ਕਿੰਨਿਆਂ ਕੁ ਦਾ ਹੋਰ ਜਨਮ ਹੋਏਗਾ। ਦੂਜੀ ਗਿਣਤੀ ਇਹ ਨਹੀਂ ਕੀਤੀ ਜਾ ਸਕਦੀ ਬੀਤ ਚੁੱਕੇ ਸਮੇਂ ਵਿੱਚ ਕਿੰਨਿਆਂ ਕੁ ਦੀ ਡੈਥ ਹੋ ਚੁੱਕੀ ਹੈ, ਇਹ ਵੀ ਕੋਈ ਗਿਣ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਕੋਈ ਪਤਾ ਨਹੀਂ ਕਿੰਨੇ ਕੁ ਇੱਥੋਂ ਬਹਿ ਕੇ ਚਲੇ ਗਏ। ਜਿਹੜੀ ਧਰਤੀ 'ਤੇ ਅਸੀਂ, ਮੈਂ ਸ਼ਬਦ ਪਹਿਲਾਂ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਜਿਹੜੀ ਧਰਤੀ 'ਤੇ ਅੱਜ ਅਸੀਂ ਬੈਠੇ ਹਾਂ ਗਿਣਤੀ ਨਹੀਂ ਕਰ ਸਕਦੇ ਕਿੰਨੇ ਕੁ ਬਹਿ ਕੇ ਚਲੇ ਗਏ। ਉੱਥੇ ਮਹਾਰਾਜ ਕਹਿੰਦੇ ਆ, ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ। ਉਹ ਭਾਈ ਸਦਾ ਦੁਨੀਆ 'ਤੇ ਰਹਿਣ ਵਾਲਾ ਕੋਈ ਨਹੀਂ। ਜਿਤ ਆਸਨ ਹਮ ਬੈਠੇ, ਜਿਹੜੇ ਘਰਾਂ 'ਚ, ਜਿਹੜੀ ਧਰਤੀ 'ਤੇ, ਜਿਹੜੇ ਥਾਂ 'ਤੇ ਅੱਜ ਅਸੀਂ ਬੈਠੇ ਹਾਂ, ਕਿਤੇ ਵੈਸ ਗਿਆ, ਕੋਈ ਦੱਸ ਸਕਦਾ ਕਿੰਨੇ ਕੁ ਬਹਿ ਕੇ ਚਲੇ ਗਏ ਹੈ? ਕੋਈ ਪਤਾ ਨਹੀਂ ਕਿੰਨੇ ਕਿੱਥੇ ਬਹਿ ਕੇ, ਭਾਵ ਇੱਥੋਂ ਕਿਸ ਦੀ ਡੈਥ ਹੋ ਚੁੱਕੀ। ਤੁਸੀਂ ਗਿਣਤੀ ਕਰਕੇ ਵੇਖੋ। ਮੈਂ ਬੜੀ ਵਾਰੇ ਭੋਗਾਂ ਦੇ ਉੱਤੇ ਬੋਲਦਾ, ਪਾਤਸ਼ਾਹ ਕਹਿੰਦੇ ਆ ਕੋਈ ਗਿਣਤੀ ਨਹੀਂ ਕਰ ਸਕਦਾ। ਤੁਸੀਂ ਕਰਕੇ ਦੇਖਿਓ, ਤੁਹਾਡੇ ਦਾਦੇ ਦਾ ਨਾਂ, ਪੜਦਾਦੇ ਦਾ ਨਾਂ, ਅੱਗੇ ਉਹਦੇ ਦਾਦੇ ਦਾ ਨਾਂ, ਤੁਹਾਨੂੰ ਆਪਣੀਆਂ 10 ਪੀੜ੍ਹੀਆਂ ਤੱਕ ਤੁਹਾਨੂੰ ਆਪਣੇ ਦਾਦੇ ਪੜਦਾਦਿਆਂ ਦੇ ਨਾਮ ਵੀ ਨਹੀਂ ਚੇਤੇ ਹੋਣੇ। ਗਿਣਤੀ ਕਰਨੀ ਤੇ ਬਹੁਤ ਦੂਰ ਦੀ ਗੱਲ।
सो पातशाह बख्शिश करते ने, चिंता तां की कीजिए जो अणहोनी होए, इहो मार्ग संसार को नानक थिर नहीं कोए। ਇਹ ਸੰਸਾਰ ਦਾ ਰਸਤਾ ਤੇ ਇਹੋ ਜਿਹਾ, ਇੱਥੇ ਸਦਾ ਲਈ ਕੋਈ ਟਿਕਿਆ ਨਹੀਂ ਰਿਹਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਪਾਰੀ ਹੈ। ਫਿਰ ਅਖੀਰ 'ਚ ਮਹਾਰਾਜ ਕਹਿੰਦੇ ਆ, ਜੋ ਉਪਜਿਓ 52 ਨੰਬਰ ਸ਼ਲੋਕ, ਜੋ ਉਪਜਿਓ ਸੋ ਵਿਨਸ ਹੈ, ਪਰੋਂ ਆਜ ਕਹਿ ਕਾ। ਇੱਥੇ ਨਾ ਪਰੋਂ ਦਾ ਅਰਥ ਕਈ ਪਰਸੋਂ ਕਰਦੇ, ਪਰ ਪਰੋਂ ਦਾ ਅਰਥ ਇੱਥੇ ਇਹ ਨਹੀਂ ਹੈ ਕਿ ਪਰਸੋਂ। ਪਾਤਸ਼ਾਹ ਕਹਿੰਦੇ ਨੇ ਜੋ ਉਪਜਿਓ ਸੋ ਵਿਨਸ ਹੈ, ਜਿਹੜਾ ਉਪਜਿਆ ਉਹਨੇ ਵਿਨਸ ਜਾਣਾ ਹੈ। ਪਰੋਂ ਆਜ ਕਹਿ ਕਾਲ, ਅੱਜ ਕੀ ਤੇ ਕੱਲ ਕੀ, ਇੱਕ ਨਾ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਪਰੋਂ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ। ਪਰ ਬੰਦਿਆ ਤੇਰੀ ਇੱਕ ਮੰਜ਼ਿਲ ਹੈ, ਬੰਦਿਆ ਤੇਰੀ ਇੱਕ ਪ੍ਰਾਪਤੀ ਹੋਣੀ ਚਾਹੀਦੀ ਤੈਨੂੰ। ਮਹਾਰਾਜ ਕਿਹੜੀ? ਪਾਤਸ਼ਾਹ ਕਹਿੰਦੇ ਨਾਨਕ ਹਰ ਗੁਣ ਗਾਏ ਲੇ। ਤੂੰ ਪਰਮਾਤਮਾ ਦੇ ਗੁਣਾਂ ਨੂੰ ਗਾ। ਛਾੜ ਛਾੜ ਸਗਲ ਜੰਜਾਲ, ਦੁਨੀਆ ਦੇ ਜੰਜਾਲਾਂ ਦਾ ਖਹਿੜਾ ਛੱਡ, ਤੇ ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾ। ਨਾਨਕ ਹਰ ਗੁਣ ਗਾਏ ਲੇ, ਹਰੀ ਪਰਮਾਤਮਾ ਦੇ ਗੁਣ ਗਾ ਬੰਦੇ, ਦੁਨੀਆ ਦੇ ਝਮੇਲਿਆਂ ਨੂੰ ਛੱਡ। ਤੇ ਸੱਚ ਚੇਤੇ ਰੱਖਿਓ, ਸਾਡਾ ਮਨ ਬਿਰਤੀ ਇੰਨੀ ਕੁ ਝਮੇਲਿਆਂ ਵਿੱਚ ਖੁੱਭ ਚੁੱਕੀ ਹੈ ਨਾ, ਇਹ ਇਨਸਾਨ ਦੀ ਝਮੇਲਿਆਂ ਤੋਂ ਬਾਹਰ ਨਿਕਲਦਾ ਨਾਮ ਨਹੀਂ ਲੈਂਦੀ। ਇਨਸਾਨ ਯਤਨ ਵੀ ਕਰਦਾ ਹੈ, ਪਾਤਸ਼ਾਹ ਕਹਿੰਦੇ ਨੇ ਯਤਨ ਤਾਂ ਬਹੁਤ ਕੀਤੇ ਪਰ ਨਿਕਲਿਆ ਕੋਈ ਨਹੀਂ। ਆਪਾਂ ਪਿੱਛੇ ਪੜ੍ਹਿਆ ਸੀ, ਪਾਤਸ਼ਾਹ ਕਹਿੰਦੇ ਨੇ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਇਹ ਤਾਂ ਇੰਨਾ ਖੁੱਭਿਆ ਪਿਆ, ਇਹਨੂੰ ਬਾਹਰ ਨਿਕਲਣਾ ਔਖਾ ਹੋ ਰਿਹਾ ਹੈ, ਜੰਜਾਲਾਂ ਵਿੱਚ ਇੰਨਾ ਫਸ ਗਿਆ। ਤੁਸੀਂ ਵੇਖੋ, ਮੈਂ ਇੱਕ ਚਲੋ ਛੋਟੀ ਜਿਹੀ ਬੇਨਤੀ ਕਰਾਂ ਕਿ ਰਾਜੇ ਕੋਲ ਨਾ ਭੰਡਾਰ ਲੱਗੇ ਬੜੇ, ਅੰਨ ਧਨ ਦਾ ਕੋਈ ਤੋੜ ਨਾ। ਉਹਨੇ ਆਪਣੇ ਵਜ਼ੀਰ ਨੂੰ ਕਹਿਤਾ, ਵਜ਼ੀਰਾ ਤੂੰ ਆਪਣੇ ਖਜ਼ਾਨੇ ਨੂੰ ਚੈੱਕ ਕਰ ਵੀ ਕਿੰਨਾ ਕੁ ਪੈਸਾ ਆਪਣੇ ਕੋਲ ਹੈ। ਵਜ਼ੀਰ ਗਿਆ, ਉਹਨੂੰ ਇੱਕ ਦਿਨ ਲੱਗ ਗਿਆ। ਹੁਣ ਖਜ਼ਾਨਾ ਥੋੜ੍ਹਾ ਨਹੀਂ ਸੀ, ਉਹਨੂੰ ਇੱਕ ਦਿਨ ਲੱਗਿਆ। ਉਹ ਸਾਰੀ ਗਿਣਤੀ ਕਰਕੇ ਆਇਆ ਵਜ਼ੀਰ ਰਾਜੇ ਕੋਲ ਵਾਪਸ ਆ ਕੇ ਕਹਿੰਦਾ, ਰਾਜਿਆ ਤੇਰੇ ਕੋਲ ਇੰਨਾ ਧਨ ਹੈ, ਤੇਰੀਆਂ 7 ਪੁਸ਼ਤਾਂ ਵਹਿ ਕੇ ਖਾ ਸਕਦੀਆਂ। ਜੰਜਾਲਾਂ ਦੀ ਆਪਾਂ ਗੱਲ ਕਰਦੇ, ਇੰਨਾ ਧਨ ਹੈ 7 ਪੁਸ਼ਤਾਂ ਵਿਹਲਾ ਵਹਿ ਕੇ ਵੀ ਖਾ ਸਕਦੀਆਂ, ਭਾਵੇਂ ਕੋਈ ਕੰਮ ਕਰੇ ਨਾ ਕਰੇ, 7 ਪੁਸ਼ਤਾਂ ਵਿਹਲਾ ਵਹਿ ਕੇ ਖਾ ਸਕਦੀਆਂ। ਰਾਜਾ ਰੋਣ ਲੱਗ ਪਿਆ। ਵਜ਼ੀਰ ਕਹਿੰਦਾ, ਰਾਜਿਆ ਕੀ ਕੀਤਾ ਜੀ, ਮੈਂ ਕੁਝ ਮਾੜਾ ਬੋਲਿਆ? ਰਾਜੇ ਨੇ ਅੱਗੋਂ ਲਫ਼ਜ਼ ਕਿਹਾ, ਨਹੀਂ ਵਜ਼ੀਰਾ ਤੇਰੀ ਕੋਈ ਗਲਤੀ, ਤੈਨੂੰ ਮੈਂ ਕੁਝ ਨਹੀਂ ਆਖਿਆ, ਬਸ ਮੇਰੀ ਇਹ ਸੋਚ ਕੇ ਧਾਰ ਨਿਕਲ ਗਈ, ਮੇਰੀ 8ਵੀਂ ਪੀੜ੍ਹੀ ਕੀ ਖਾਏਗੀ। ਇੰਨਾ ਜੰਜਾਲਾਂ ਵਿੱਚ ਫਸੇ ਆ। ਤੁਸੀਂ ਬਜ਼ੁਰਗ ਨੂੰ ਪੁੱਛ ਕੇ ਦੇਖੋ, ਪਹਿਲਾਂ ਆਪਣੀ ਫਿਕਰ ਹੁੰਦੀ ਸੀ ਬੰਦੇ ਨੂੰ, ਫਿਰ ਪੁੱਤਾਂ ਦੀ ਧੀਆਂ ਦੀ ਫਿਕਰ ਪੈ ਗਈ, ਫਿਰ ਪੁੱਤ ਪੋਤਿਆਂ ਦੀ ਫਿਕਰ ਪੈ ਗਈ, ਫਿਰ ਪੜੋਤਿਆਂ ਦੀ ਫਿਕਰ ਪੈ ਗਈ। ਕਈ ਵਾਰ ਤੁਸੀਂ ਘਰਾਂ ਵਿੱਚ ਵੇਖਿਆ ਹੋਣਾ, ਬਜ਼ੁਰਗ ਬੈਠਾ ਹੁੰਦਾ ਹੈ, ਉਹਨੂੰ ਆਪ ਤੁਸੀਂ ਮਜ਼ਾਕ ਵਿੱਚ ਆਖ ਦਿਓ ਵੀ ਮੌਤ ਹੋ ਜਾਣੀ, ਫਲਾਨਾ ਤੂੰ ਚਲਾ ਜਾਣਾ ਹੈ, ਉਹ ਅੱਗੋਂ ਲਫ਼ਜ਼ ਆਉਂਦਾ, ਨਹੀਂ ਮੈਂ ਆਪਣੇ ਪੜੋਤੇ ਦੀ ਸ਼ਾਦੀ ਵੇਖ ਕੇ ਨਾ ਫਿਰ ਮਰ ਜਾ। ਪੜੋਤੇ ਦੀ ਹੋ ਜਾਏ, ਨਹੀਂ ਅੱਗੇ ਇਹਦੇ ਪੁੱਤਰ ਹੋ ਜਾਏ, ਧੀ ਹੋ ਜਾਏ, ਫਿਰ ਜਾ ਕੇ ਮੈਂ ਮਰਾਂ। ਬੰਦੇ ਦੀ ਤਮਾ, ਇੰਨਾ ਜੰਜਾਲਾਂ ਵਿੱਚ ਬੰਦਾ ਫਸਿਆ, ਇੰਨਾ ਜੰਜਾਲਾਂ ਵਿੱਚ ਬੰਦਾ ਘਿਰਿਆ। ਪਾਤਸ਼ਾਹ ਕਹਿੰਦੇ ਨਹੀਂ, ਤੂੰ ਸੰਸਾਰ ਦੀ ਫਿਕਰ ਛੱਡ। ਤੁਹਾਡੇ ਸਿਸਟਮ ਬੜਾ ਸੋਹਣਾ, ਆਪਣੇ ਪੈਰਾਂ 'ਤੇ ਬੱਚਿਆਂ ਨੂੰ ਖੜਾ ਕੀਤਾ ਗਿਆ। ਬਜ਼ੁਰਗਾਂ ਨੂੰ ਜਦੋਂ ਹੁਣ ਉਮਰ ਇਹ ਹੋ ਗਈ 65 ਸਾਲ ਦੀ, ਤੇ ਸਰਕਾਰ ਵੀ ਰਿਟਾਇਰਮੈਂਟ ਦੇ ਦਿੰਦੀ ਏ, ਜੋਬ ਤੋਂ ਵੀ ਰਿਟਾਇਰਮੈਂਟ ਮਿਲ ਜਾਂਦੀ ਏ। ਉਹਦਾ ਕਾਰਨ ਇੱਕ ਹੁੰਦਾ ਹੈ, ਹੁਣ ਸਾਡੇ ਜੰਜਾਲਾਂ ਦਾ ਖਹਿੜਾ, ਤੇ ਆਪਣੇ ਪਰਮਾਤਮਾ ਨੂੰ ਹਾਲਾਂ ਪਰਮਾਤਮਾ ਨੂੰ ਜਪਣ ਲਈ ਵੱਡੀ ਉਮਰ ਨਹੀਂ ਚਾਹੀਦੀ, ਪਰਮਾਤਮਾ ਨੂੰ ਜਪਣ ਲਈ ਕੋਈ ਉਮਰ ਦੀ ਗੱਲ ਨਹੀਂ ਹੈ, ਪਰ ਸਮਾਂ ਐਸਾ ਬਣ ਜਾਂਦਾ ਹੈ। ਇਨਸਾਨ ਦਾ ਬਚਪਨ ਲੰਘ ਗਿਆ, ਜਵਾਨੀ ਲੰਘੀ, ਤੂੰ ਬੁਢੇਪਾ ਨਾ ਲੰਘਾ। ਇਹਦੇ ਵਿੱਚ ਪਰਮਾਤਮਾ ਦੇ ਗੁਣਾਂ ਨੂੰ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਪਾਤਸ਼ਾਹ ਕਿਰਪਾ ਕਰਨ, ਆਪਾਂ ਰਲ ਮਿਲ ਕਰਕੇ 50, 51 ਤੇ 52 ਨੰਬਰ ਸ਼ਲੋਕ ਅੱਜ ਸਰਵਣ ਕੀਤਾ। ਪਾਤਸ਼ਾਹ ਜੀ ਕਿਰਪਾ ਕਰਨ। ਮੈਂ ਚਲੋ ਪਿਛਲੀ ਵੀਡੀਓ 'ਚ ਵੀ ਆਪਾਂ ਬੋਲਿਆ, ਅਰਥਾਂ ਦਾ ਕਦੇ ਦਾਅਵਾ ਨਹੀਂ ਕੀਤਾ ਜਾਂਦਾ ਵੀ ਜਿਹੜੇ ਅਰਥ ਮੈਂ ਕੀਤੇ ਆ ਵੀ ਉਹਦੇ ਹੀ ਅੱਗੇ ਜਾ ਕੇ ਕੋਈ ਹੋਰ ਕਰ ਹੀ ਨਹੀਂ ਸਕਦਾ। ਨਹੀਂ, ਮੈਂ ਤੇ ਬੜਾ ਨਿਮਾਣਾ ਜਾਂ ਛੋਟੇ ਜਿਹੇ ਬੜੇ ਸਿੰਪਲ ਲਿਵਿੰਗ ਆਪਾਂ ਇੱਕ ਸ਼ਬਦ ਵਰਤ ਲਈਏ, ਬੜਾ ਸੌਖੇ ਜਿਹੇ ਢੰਗ ਨਾਲ ਆਪਾਂ ਬਿਆਨ ਕਰਨੇ ਆ। ਹਾਲਾਂ ਇਹਦੇ ਅਰਥ ਬੜੇ ਡੂੰਘੇ ਨੇ, ਬੜੇ ਡੂੰਘਾਈ ਨਾਲ, ਬੜੇ ਲੰਮੇ ਸਮੇਂ 'ਚ ਵਿਚਾਰੇ ਜਾ ਸਕਦੇ ਆ। ਗੁਰੂ ਪਾਤਸ਼ਾਹ ਮਿਹਰ ਕਰਨ, ਕਦੇ ਆਪ ਸੰਗਤਾਂ ਦੇ ਸਾਹਮਣੇ ਦਰਮਿਆਨ ਹੋ ਕੇ ਆਪਾਂ ਵਿਚਾਰਾਂ ਕਰੀਏ ਤੇ ਉਸ ਦਾ ਆਨੰਦ ਸੰਗਤ ਦਾ ਵੱਖਰਾ ਹੈ। ਗੁਰੂ ਪਾਤਸ਼ਾਹ ਮਿਹਰ ਕਰਨ। ਸਭ ਸੰਗਤਾਂ ਦਾ ਧੰਨਵਾਦ। ਸ਼ੇਰੇ ਪੰਜਾਬ ਗੁਰਬਾਣੀ ਚੈਨਲ ਵਾਲੇ ਵੀਰ ਕੁਲਦੀਪ ਸਿੰਘ ਦਾ, ਤਿਨਾਂ ਦਾ ਧੰਨਵਾਦ ਜਿਹੜੇ ਆਪ ਸੰਗਤਾਂ ਦੇ ਮੁਖਾਤਬ ਕਰਾਉਂਦੇ ਆ। ਸੰਗਤਾਂ ਦਾ ਧੰਨਵਾਦ। ਆਪਾਂ ਰਹਿੰਦੀ 2 ਵੀਡੀਓ ਦੇ ਵਿੱਚ ਹੁਣ 52 ਤੱਕ ਹੋ ਗਏ, 57 ਸ਼ਲੋਕ ਨੇ, 5 ਸ਼ਲੋਕ ਰਹਿ ਗਏ ਹੈ। ਰਹਿੰਦੀ ਵੀਡੀਓ ਦੇ ਵਿੱਚ ਆਪਾਂ ਰਲ ਮਿਲ ਕਰਕੇ ਵਿਚਾਰਨਾ। ਧੰਨਵਾਦ ਸਭ ਸੰਗਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ, ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।